ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅਪਰ ਸਿੰਘ ਬਹੁ ਲਰਤ ਜੁਝਾਰੇ, ਪਰੇ ਤੁਰਕ ਜਨ ਗਿਰੇ ਮੁਨਾਰੇ। ਅਪਰ ਸਿੰਘ ਬਹੁ ਲਰਤ ਜੁਝਾਰੇ, ਪਰੇ ਤੁਰਕ ਜਨ ਗਿਰੇ ਮੁਨਾਰੇ। ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਗੁਰੂ ਕੋ ਜਾ ਸਾਗਰ ਰੂਪ, ਉਜਾਗਰ ਸਭ ਲੋਕਨ ਮਾਓ। ਮੈਂ ਚਰਨ ਜਿਉ ਤੁਲਹਾ ਕਰਕੇ, ਨਿਜ ਬੁੱਧ ਤੇ ਪਾਰ ਪਰਿਵਾ ਬਚਾਓ। ਹੋਏ ਅਸੀਂ ਜਗ ਮੈਂ ਅਧਿਕਾਏ, ਤਉ ਮਨ ਮੈਂ ਅਤਿਸ਼ੈ ਉਤਸਾਹੋ। ਓ ਚਤਰੋ ਜੋ ਲਗ ਪਲ ਸੁੰਦਰ, ਬਾਵਨ ਹਾਥ ਪਸਾਰਤ ਤਾਓ। ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ, ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਧੂ ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਜਿਸ ਵਕਤ ਪਹਾੜੀ ਰਾਜਿਆਂ ਨੇ ਮਿਲ ਕਰਕੇ ਬਾਦਸ਼ਾਹ ਔਰੰਗਜ਼ੇਬ ਦੇ ਵੱਡੇ ਵੱਡੇ ਅਹਿਲਕਾਰਾਂ ਦੇ ਅੱਗੇ ਫਰਿਆਦਾਂ ਕੀਤੀਆਂ ਵੀ ਗੁਰੂ ਜੀ ਸਾਨੂੰ ਹਰ ਵਕਤ ਬੜਾ ਤੰਗ ਕਰਦੇ ਰਹਿੰਦੇ ਹਨ। ਇਹਨਾਂ ਨੇ ਆਪਣੇ ਵੱਲੋਂ ਬਹੁਤ ਸਾਰੀ ਰਿਸ਼ਵਤ ਦੀ ਮਾਇਆ ਵੀ ਅੱਗੇ ਭੇਟਾ ਕੀਤੀ ਸੀ। ਲਾਲਚ ਦੇ ਕਰਕੇ ਉਸ ਸਮੇਂ ਸ਼ਾਹੀ ਫੌਜਾਂ ਨੂੰ ਵੀ ਸਤਿਗੁਰੂ ਜੀ ਦੇ ਉੱਪਰ ਚੜ੍ਹਾਈ ਕਰਨ ਵਾਸਤੇ ਹੁਕਮ ਹੋ ਗਿਆ ਹੈ। ਜਦੋਂ ਤਕਰੀਬਨ ਸਵਾ ਕੁ ਲੱਖ ਦੀ ਗਿਣਤੀ 'ਚ ਸੈਨਾ ਥਨੇਸ਼ਰ ਪਹੁੰਚ ਚੁੱਕੀ ਹੈ, ਉਸ ਵਕਤ ਇੱਕ ਪ੍ਰੇਮੀ ਨੂੰ ਲੱਗਿਆ ਪਤਾ ਵੀ ਇਹ ਤਾਂ ਸਾਰੇ ਹੀ ਦੀਨ ਦੁਨੀਆ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਅਚਾਨਕ ਹੀ ਗ੍ਰਿਫਤਾਰ ਕਰਨਾ ਚਾਹੁੰਦੇ ਹਨ। ਇਹਨੇ ਵੀ ਵਿੱਚ ਪੜ ਕਰਕੇ ਸਾਰਾ ਜਿਹੜਾ ਭੇਦ ਪ੍ਰਾਪਤ ਕਰ ਲਿਆ। ਉਸ ਵਕਤ ਬਹੁਤ ਵੱਡੀਆਂ ਵੱਡੀਆਂ ਮਜ਼ਲਾਂ ਕਰਦਾ ਹੋਇਆ ਜਦੋਂ ਅਨੰਦਪੁਰ ਦੇ ਵਿੱਚ ਪਹੁੰਚਿਆ ਸੀ, ਤਕਰੀਬਨ ਅੱਧੀ ਕੁ ਰਾਤ ਹੋ ਚੁੱਕੀ ਹੈ। ਉਧਰੋਂ ਸਤਿਗੁਰੂ ਜੀ ਨੇ ਵੀ ਅੰਮ੍ਰਿਤ ਵੇਲੇ ਜਾ ਕਰਕੇ ਇਸ਼ਨਾਨ ਕੀਤਾ। ਦਿਨ ਚੜ੍ਹਦੇ ਨਾਲ ਹੀ ਮਹਾਰਾਜ ਨੇ ਆਪਣੇ ਸਰੀਰ ਦੇ ਉੱਪਰ ਬਸਤਰ ਵੀ ਸਜਾ ਲਏ ਸਨ। ਇਸ ਨੇ ਆ ਕਰਕੇ ਆਪਣੇ ਵੱਲੋਂ ਬੇਨਤੀ ਕੀਤੀ, ਗਰੀਬ ਨਿਵਾਜ ਸੱਚੇ ਪਾਤਸ਼ਾਹ
ਆ ਜਿਹੜੇ ਤੁਰਕ ਮੁਗਲ ਪਠਾਨ ਇਹ ਤਾਂ 1.25 ਲੱਖ ਦੀ ਗਿਣਤੀ 'ਚ ਆਪ ਦੇ ਉੱਪਰ ਚੜ੍ਹਾਈ ਕਰਕੇ ਆ ਰਹੇ ਹਨ। ਸੁਣ ਕਰਕੇ ਉਸ ਸਮੇਂ ਸਤਿਗੁਰੂ ਜੀ ਨੇ ਆਪਣੇ ਜਥੇਦਾਰਾਂ ਨੂੰ ਪੁੱਛਿਆ ਵੀ ਆਪਣੇ ਕੋਲ ਇਸ ਵਕਤ ਕਿੰਨੀ ਕੁ ਖਾਲਸੇ ਦੀ ਫੌਜ ਹਾਜ਼ਰ ਹੈ। ਉਹ ਕਹਿਣ ਲੱਗੇ ਮਹਾਰਾਜ 500 ਗਿਣਤੀ ਦੇ ਵਿੱਚ ਤਾਂ ਹੈਗੇ, ਬਹੁਤੇ ਆਪੋ ਆਪਣੇ ਘਰਾਂ ਨੂੰ ਛੁੱਟੀ ਲੈ ਕਰਕੇ ਗਏ ਹੋਏ ਹਨ। ਸਰਬਾਗਾ ਅੰਤਰਜਾਮੀ ਸਤਿਗੁਰੂ ਜੀ ਕਹਿਣ ਲੱਗੇ ਵੀ ਹੁਣ ਇਤਨੇ ਥੋੜ੍ਹੇ ਟਾਈਮ ਦੇ ਅੰਦਰ ਅੰਦਰ ਉਹਨਾਂ ਨੂੰ ਵਾਪਸ ਮੁੜਨਾ ਵੀ ਬੜਾ ਔਖਾ ਹੋ ਜੂ। ਜਦੋਂ ਰਣਜੀਤ ਨਗਾਰੇ 'ਤੇ ਚੋਬਾ ਲਗਾਈਆਂ, ਖਾਲਸੇ ਨੇ ਵੀ ਆਪੋ ਆਪਣੇ ਘੋੜਿਆਂ 'ਤੇ ਕਾਠੀਆਂ ਕੱਸ ਲਈਆਂ ਸਨ। ਅਨੰਦਪੁਰ ਤੋਂ ਬਾਹਰਲੇ ਪਾਸੇ ਹੀ ਮੈਦਾਨੇ ਜੰਗ ਦੇ ਵਿੱਚ ਪਹੁੰਚ ਗਏ। ਇੱਕ ਜਿਹੜਾ ਹੈ ਮਹਿਮੂ ਖਾਨ ਨਾਮ ਦਾ ਪਠਾਨ, ਇਹਦੇ ਸਪੁਰਦ ਮਹਾਰਾਜ ਨੇ ਸੌਕ ਜਿਹੜਾ ਯੋਧਾ ਸੂਰਮਾ ਕੀਤਾ ਹੋਇਆ ਸੀ। ਇਸੇ ਤਰ੍ਹਾਂ ਸੈਦਾ ਬੇਗ ਨਾਮ ਦਾ ਪਠਾਨ, ਇਹਦੇ ਉੱਪਰ ਵੀ ਸਤਿਗੁਰੂ ਜੀ ਨੇ ਪਹਿਲਾਂ ਹੀ ਬੜੀ ਰਹਿਮਤ ਬਖਸ਼ਿਸ਼ ਕੀਤੀ ਹੋਈ ਹੈ। ਉਧਰੋਂ ਜਿਹੜੀਆਂ ਤੁਰਕਾਂ ਦੀਆਂ ਫੌਜਾਂ ਵੀ ਚੱਲ ਕਰਕੇ ਪਹੁੰਚ ਗਈਆਂ ਹਨ। ਖਾਲਸਾ ਦੇ ਕਰਕੇ ਸੋਚਣ ਲੱਗੇ ਵੀ ਆਪਾਂ ਤਾਂ 500 ਗਿਣਤੀ 'ਚ, ਦੂਸਰੀ ਸਾਈਡ 'ਤੇ ਸੈਨਾ ਹੈਗੀ 1.25 ਲੱਖ ਜਵਾਨ ਸਿਪਾਹੀ, ਕਿਵੇਂ ਮੁਕਾਬਲਾ ਹੋ ਦੋਵੇਂ ਪਾਸਿਆਂ ਤੋਂ। ਉਸ ਸਮੇਂ ਸਤਿਗੁਰੂ ਜੀ ਨੇ ਹੁਕਮ ਕੀਤਾ ਵੀ ਆਪਣੀ ਅੱਖਾਂ ਬੰਦ ਕਰਕੇ ਕਾਹ ਦੇ ਵੱਲ ਨਿਗਾਹ ਮਾਰੋ, ਪਤਾ ਲੱਗ ਜਾਊ ਵੀ ਆਪਣੇ ਪਾਸ ਕਿਤਨੀਆਂ ਫੌਜਾਂ ਸ਼ਹੀਦ ਸਿੰਘਾਂ ਦੀਆਂ ਤਾਂ ਹਰ ਵਕਤ ਹਾਜ਼ਰ ਰਹਿੰਦੀਆਂ ਹਨ। ਦੇਖਿਆ ਜੋਧੇ ਸੂਰਮਿਆਂ ਨੇ ਨੇਤਰ ਬੰਦ ਕਰਕੇ ਲੱਖਾਂ ਦੀ ਤਾਦਾਦ ਦੇ ਵਿੱਚ ਯੋਧੇ ਸੂਰਮੇ ਜਿਹੜੇ ਆ ਰਹੇ ਹਨ। ਉਸ ਸਮੇਂ ਹਰੀ ਚੰਦ ਔਰ ਸੈਦਾ ਬੇਗ ਦਾ ਆਪਸ ਵਿੱਚ ਹੀ ਬੜਾ ਡਟ ਕਰਕੇ ਮੁਕਾਬਲਾ ਹੋਇਆ। ਯੁੱਧ ਕਰਦਿਆਂ ਇਹ ਦੋਵੇਂ ਹੀ ਸ਼ਹੀਦੀ ਪ੍ਰਾਪਤ ਕਰ ਗਏ ਸਨ। ਇਤਿਹਾਦਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਅਪਰ ਸਿੰਘ ਬਹੁ ਲਰਤ ਜੁਝਾਰੇ। ਜੋਧੇ ਸੂਰਮੇ ਹੋਰ ਵੀ ਥਾਂ ਤੇ ਬੜਾ ਡਟ ਕਰਕੇ ਇਹਨਾਂ ਦਾ ਮੁਕਾਬਲਾ ਕਰ ਰਹੇ ਹਨ। ਪਰੇ ਤੁਰਕ ਜਨ ਗਿਰੇ ਮੁਨਾਰੇ। ਜਿਵੇਂ ਹੁੰਦੇ ਨੇ ਨਾ ਵੱਡੇ ਵੱਡੇ ਮੁਨਾਰੇ, ਇਸੇ ਤਰ੍ਹਾਂ ਥਾਂ ਤੇ ਤੁਰਕਾਂ ਦੀਆਂ, ਮੁਗਲਾਂ ਦੀਆਂ, ਪਠਾਨਾਂ ਦੀਆਂ ਜਿਹੜੀਆਂ ਲੋਥਾਂ ਖਿੰਡੀਆਂ ਪਈਆਂ ਹਨ। ਹਤ ਹੈ ਸ਼ਹੀਦ ਵੀਰ ਰਸ ਮਾਤੇ। ਉਧਰੋਂ ਵੀਰਾਂ ਦੇ ਵਿੱਚ ਰੰਗੇ ਹੋਏ ਜਿਹੜੀਆਂ ਸ਼ਹੀਦ ਸਿੰਘਾਂ ਦੀਆਂ ਫੌਜਾਂ, ਉਹ ਵੀ ਫਿਰ ਇਹਨਾਂ ਨੂੰ ਆ ਕਰਕੇ ਨਾਸ ਕਰਨ ਲੱਗ ਪਏ ਹਨ। ਸ਼ਰੋਣਤ ਗਿਰਹਿ ਪ੍ਰਿਥੀ ਰੰਗ ਰਾਤੇ। ਥਾਂ ਤੇ ਖੂਨ ਵਹਿਣ ਕਰਕੇ ਧਰਤੀ ਇਹ ਵੀ ਚਾਰੇ ਪਾਸਿਆਂ ਤੋਂ ਲਾਲ ਰੰਗ ਦੀ ਹੋ ਗਈ ਹੈ। ਇਸ ਪ੍ਰਕਾਰ ਮਾਚਿਓ ਘਮਸਾਨ। ਜਦੋਂ ਦੋਵੇਂ ਪਾਸਿਆਂ ਤੋਂ ਬੜਾ ਘਮਸਾਨ ਦਾ ਜੰਗ ਯੋਧਿਆਂ ਸੂਰਮਿਆਂ ਨੇ ਕੀਤਾ ਸੀ। ਲੋਥ ਪੋਥਨ ਭਈ ਮਹਾਨ। ਜਦਰ ਕੋਈ ਦੇ ਥਾਂ ਲੋਥਾਂ ਦੇ ਉੱਪਰ ਲੋਥਾਂ ਹੀ
ਚੜ ਚੁੱਕੀਆਂ ਹਨ। ਬਾਇਸ ਜੰਬੁਕ ਕੰਕ ਕਰਾਲੇ, ਆਕਾਸ਼ ਦੇ ਵਿੱਚ ਘੋਗੜ ਗਿਲ ਜਾਂ ਕਾਂ ਇਹ ਵੀ ਉਡਾਰੀਆਂ ਮਾਰਨ ਲੱਗ ਪਏ ਹਨ। ਕੂਕਤ ਆਮਿਖ ਖਾਏ ਵਿਸਾਲੇ, ਇਸੇ ਤਰ੍ਹਾਂ ਖਾ ਖਾ ਕਰਕੇ ਮਾਸ ਬਹੁਤ ਸਾਰੇ ਗਿੱਦੜ ਉੱਚੀ ਉੱਚੀ ਉਸ ਸਮੇਂ ਭੌਂਕਣ ਲੱਗ ਪਏ ਹਨ। ਛਾਤੀ ਮੂੰਡ ਫੁੱਟੈ ਲੱਗ ਗੋਰੀ, ਗੋਲੀਆਂ ਲਾ ਕਰਕੇ ਕਿਸੇ ਦੀ ਛਾਤੀ ਕਿਸੇ ਦਾ ਮੂੰਹ ਭੰਨਿਆ ਗਿਆ ਸੀ। ਪਰਿਓ ਜੋਰ ਭਾਰੀ ਜੁਗ ਓਰੀ, ਜੋਗੌਰੀ ਦੋਵੇਂ ਪਾਸਿਆਂ ਤੋਂ ਇੱਕ ਦੂਜੇ ਦੇ ਉੱਪਰ ਜੋਧੇ ਸੂਰਮੇ ਬਹਾਦਰਾਂ ਦਾ ਬੜਾ ਜ਼ੋਰ ਪੈ ਚੁੱਕਿਆ ਹੈ। ਹਲਾ ਹਾਲ ਵੱਡ ਭਇਓ ਕੁਲਾਹਲ, ਇੱਕ ਦੂਜੇ ਦੇ ਉੱਪਰ ਹੱਲੇ ਤੇ ਹੱਲਾ ਕਰਨ ਲੱਗ ਪਏ ਹਨ। ਲਰਤ ਵੀਰ ਰਣ ਰੰਗ ਚਲਾ ਚੱਲ, ਪਰ ਜਿਹੜੇ ਨੇ ਜੋਧੇ ਸੂਰਮੇ ਉਹਨਾਂ ਦੇ ਚਿਹਰਿਆਂ ਤੇ ਤਾਂ ਚੜੀਆਂ ਹੋਈਆਂ ਲਾਲੀਆਂ ਨੇ, ਤੇ ਕਈ ਵਿਚਾਰੇ ਜਿਹੜੇ ਡਰਪੋਕ ਬੋਝਦਿਲ ਉਹਨਾਂ ਦੇ ਮੂੰਹ ਹਲਦੀ ਦੇ ਸਮਾਨ ਬੜੇ ਪੀਲੇ ਰੰਗ ਦੇ ਹੋ ਚੁੱਕੇ ਹਨ। ਪਾਛੇ ਪਾਉ ਨਹੀਂ ਕਿਨ ਡਾਰੇ, ਪਰ ਕਿਸੇ ਨੇ ਮੈਦਾਨੇ ਜੰਗ ਦੇ ਵਿੱਚੋਂ ਆਪਣਾ ਪੈਰ ਪਿੱਛੇ ਨਹੀਂ ਪਾਇਆ ਸੀ। ਲੜਤੇ ਆਪਸ ਵਿਖੇ ਪਰਚਾਰੇ, ਆਪਸ ਵਿੱਚ ਹੀ ਲੜਦਿਆਂ ਹੋਇਆ ਇੱਕ ਦੂਜੇ ਨੂੰ ਬੜੀ ਹੱਲਾਸ਼ੇਰੀ ਵੀ ਦੇਣ ਦਾ ਯਤਨ ਕਰਦੇ ਹਨ। ਕਹਾਂ ਸਿੰਘ ਦਲ ਪੰਚ ਸਹਿ ਹੋਵਾ, ਕਿਤੇ ਤਾਂ ਹੁਣ ਸਤਿਗੁਰੂ ਜੀ ਦੇ ਪਾਸ ਖਾਲਸੇ ਦੀ ਜਿਹੜੀ ਫੌਜ ਤਕਰੀਬਨ 500 ਦੀ ਗਿਣਤੀ ਦੇ ਵਿੱਚ ਹੈ। ਕਹਾਂ 76 ਲੱਖ ਹੋਂ ਭੱਟ ਜੋਵਾ, ਉਧਰ ਹੁਣ ਤੁਰਕ ਮੁਗਲ ਪਠਾਨ ਇਹ ਲੱਖਾਂ ਦੀ ਗਿਣਤੀ ਦੇ ਵਿੱਚ ਚੜ ਕਰਕੇ ਆਏ ਸਨ। ਵਿਚਰੈ ਵੀਰ ਕੇ ਕਾਨ ਕੁਦਾਵੈ, ਥਾਂ ਥਾਂ ਤੇ ਘੋੜੇ ਵੀ ਜੋਧੇ ਸੂਰਮੇ ਇੱਕ ਦੂਜੇ ਨੂੰ ਜਿੱਤਣ ਦੇ ਲਈ ਵਿਚਰ ਰਹੇ ਹਨ। ਵਧ ਹੈ ਅਗਰ ਤੋਮਰ ਭਰਮਾਵੈ, ਅੱਗੇ ਵੱਧ ਕਰਕੇ ਬਹਾਦਰ ਜੋਧੇ ਆਪੋ ਆਪਣੇ ਵਰਸ਼ਿਆਂ ਨੂੰ ਵੀ ਹੱਥ ਦੇ ਵਿੱਚ ਪਕੜ ਕਰਕੇ ਘਮਾਉਣ ਲੱਗ ਜਾਂਦੇ ਹਨ। ਬਿਸਮੇ ਤੁਰਕ ਮਾਰ ਜਬ ਪਰੀ, ਜੋਧੇ ਆ ਜੀ ਭਿਆਨਕ ਮਾਰ ਇਹਨਾਂ ਤੁਰਕਾਂ ਮੁਗਲਾਂ ਦੇ ਪਠਾਨ ਦੇ ਉੱਪਰ ਪਈ ਦੇਖ ਕਰਕੇ ਮਨ ਦੇ ਵਿੱਚ ਬੜੇ ਹੈਰਾਨ ਵੀ ਹੋ ਰਹੇ ਹਨ। ਅੰਧ ਧੁੰਦ ਉੱਡ ਰਜ ਨਭ ਭਰੀ, ਜਿਵੇਂ ਜਿਵੇਂ ਬੰਦੂਕ ਦੇ ਵਿੱਚੋਂ ਚੱਲੀਆਂ ਗੋਲੀਆਂ ਚਾਰੇ ਪਾਸੇ ਆਕਾਸ਼ ਦੇ ਵਿੱਚ ਧੂਆਂ ਤਾਰ ਛਾ ਚੁੱਕਿਆ ਹੈ। ਸਤਿਗੁਰ ਬੈਠੇ ਕੇਤਕ ਕਾਲ, ਦੇਨ ਦੁਨੀਆ ਦੇ ਮਾਲਕ ਵੀ ਉੱਚੀ ਜਗ੍ਹਾ ਤੇ ਬੈਠ ਕਰਕੇ ਜਿਹੜਾ ਜੰਗ ਦਾ ਤਮਾਸ਼ਾ ਆਪ ਦੇਖ ਰਹੇ ਸਨ। ਮਾਰਨ ਮਰਨੋ ਮਚਿਓ ਕਰਾਲ, ਹੁਣ ਜਿੱਥੇ ਦੋਵੇਂ ਪਾਸਿਆਂ ਤੋਂ ਮਾਰਨ ਔਰ ਮਰਨਾਈ ਮੰਡਿਆ ਹੋਇਆ ਸੀ। ਜੁੱਧ ਖੇਤ ਜੋਧਨ ਤੇ ਛਾਇਓ, ਚਾਰੇ ਪਾਸੇ ਜੋਧੇ ਸੂਰਮਿਆਂ ਦੇ ਸਰੀਰਾਂ ਦੇ ਨਾਲ ਮੈਦਾਨਾ ਜੰਗ ਵੀ ਭਰ ਚੁੱਕਿਆ ਹੈ। ਮਹਾ ਸਾਰਸੋਂ ਸਾਰ ਬਜਾਇਓ, ਥਾਂ ਥਾਂ ਤੇ ਲੋਹੇ ਦੇ ਨਾਲ ਲੋਹਾ ਖੜਕਣ ਲੱਗ ਪਿਆ ਸੀ। ਦੋਹਰਾ ਇਸ ਪ੍ਰਕਾਰ ਰਣ ਮਚ ਰਹਿਓ, ਮੇਮੂ ਖਾਨ ਪਠਾਨ, ਜਦੋਂ ਮੈਮੋ ਖਾਨ ਪਠਾਨ ਨੇ ਦੇਖਿਆ ਵੀ ਇਹ ਜੰਗ ਦੋਵੇਂ ਪਾਸਿਆਂ ਤੋਂ ਟਿਕ ਚੁੱਕੀ ਹੈ, ਇਹ ਗੱਲ ਉਹਦੇ ਮਨ ਦੇ ਵਿੱਚ ਚੰਗੀ ਨਹੀਂ ਲੱਗੀ ਸੀ। ਕਰਤ ਸ਼ੀਗਰਤਾ ਫਿਰਤ ਹੈ, ਤਨ ਹੈ ਬਾਨ ਕਮਾਨ, ਇਹ ਵੀ ਬੜੀ ਤੇਜ਼ੀ ਦੇ ਨਾਲ ਆਪਣੇ ਧਨ ਦੇ ਵਿੱਚੋਂ ਬੜੇ ਤੀਰ ਚਲਾਉਣ ਲੱਗ ਪਿਆ ਸੀ। ਚੌਪਈ ਹੈ ਕੁਦਾਏ ਚਪਲਾਏ ਪ੍ਰਹਾਰਤ, ਮੈਮੋ ਖਾਨ ਪਠਾਨ ਆਪਣੇ ਘੋੜੇ ਨੂੰ ਚੰਚਲ ਕਰਦਾ ਹੋਇਆ ਮੈਦਾਨੇ ਜੰਗ ਦੇ ਵਿੱਚ ਚਾਰੇ ਪਾਸੇ ਘੁਮਾਉਣ ਲੱਗ ਪਿਆ ਸੀ। ਇਤ ਉਤ ਵਿਚਰਤ ਛਤਰ ਸੰਘਾਰ ਹੈ, ਬੈਰੀਆਂ ਦਾ ਕਰਕੇ ਨਾਸ ਆਪਣੇ ਸਰੀਰ ਦਾ ਵੀ ਉਹਨਾਂ ਦੇ ਕੋਲੋਂ ਬਚਾ ਕਰ ਰਿਹਾ ਹੈ। ਕਰ ਬਹਾਦਰੀ ਗੁਰ ਦਿਖਰਾਵ ਹੈ, ਆਪਣੀ ਸਵਰਮ ਗਤੀ ਦਿਖਾ ਕਰਕੇ ਸਤਿਗੁਰੂ ਜੀ ਦੀ ਹੈ ਪ੍ਰਸੰਨਤਾ ਖੁਸ਼ੀ ਵੀ ਪ੍ਰਾਪਤ ਕਰਨੀ ਚਾਹੁੰਦਾ ਸੀ। ਰਿਪ ਕੋ ਖਾਪਤ ਆਪ ਬਚਾਵ ਹੈ, ਬੈਰੀਆਂ ਦੇ
ਦੁਸ਼ਮਣਾਂ ਦੇ ਸਰੀਰਾਂ ਨੂੰ ਬਿੰਨ ਬਿੰਨ ਕਰਕੇ ਆਪਣੇ ਆਪ ਦਾ ਮੇਮੁਖਾ ਪਠਾਨ ਨੇ ਬੜਾ ਬਚਾਅ ਵੀ ਕਰ ਲਿਆ ਹੈ। ਸੈਦ ਖਾਨ ਜਿਸ ਢਿੱਗ ਸਰਦਾਰੀ, ਸੈਦ ਖਾਨ ਜਿਹਦੇ ਕੋਲ ਆ ਫੌਜਾਂ ਦੀ ਜਿਹੜੀ ਸਰਦਾਰੀ ਹੈ, ਜਰਨੈਲ ਜੋ ਬਣ ਕਰਕੇ ਆਇਆ ਸੀ। ਜਿਸਕੇ ਸਕਲ ਸੈਨ ਅਨੁਸਾਰੀ, ਕੋਲ ਬਹੁਤ ਸਾਰੀ ਜਿਹੜੀ ਤੁਰਕਾਂ ਦੀ ਫੌਜ ਇਹਦੇ ਅਨੁਸਾਰ ਹੋ ਕਰਕੇ ਹੀ ਮੈਦਾਨੇ ਜੰਗ ਦੇ ਵਿੱਚ ਪਹੁੰਚੀ ਹੈ। ਤਿਸਕੇ ਜਾਗੇ ਭਾਗ ਵਿਸਾਲਾ, ਸੈਦ ਖਾਂ ਪਠਾਨ ਦੇ ਕੋਈ ਬਹੁਤ ਹੀ ਵੱਡੇ ਕਰਮ ਜਾਗ ਪਏ ਹਨ। ਉਪਜਿਓ ਪ੍ਰੇਮ ਆਨ ਤਿਸ ਕਾਲਾ, ਇਹਦੇ ਮਨ ਦੇ ਵਿੱਚ ਪਹਿਲਾਂ ਤੋਂ ਹੀ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦਾ ਦੀਦਾਰ ਕਰਨ ਦਾ ਬੜਾ ਪ੍ਰੇਮ ਭਰਿਆ ਹੋਇਆ ਸੀ। ਲੋਕਾਂ ਦੇ ਪਾਸੋਂ ਮਹਾਰਾਜ ਦੀ ਤਾਰੀਫ ਵਡਿਆਈ ਵੀ ਤਕਰੀਬਨ ਰੋਜ਼ਾਨਾ ਕੰਨਾਂ ਦੇ ਨਾਲ ਸੁਣਦਾ ਹੀ ਰਹਿੰਦਾ ਹੈ। ਪਰ ਮੁਸਲਮਾਨਾਂ ਤੋਂ ਮਨ ਦੇ ਅੰਦਰ ਡਰਦਾ ਵੀ ਸੀ ਵੀ ਮੈਂ ਜੇ ਸਿੱਧਾ ਚਲੇ ਗਿਆ ਥਾਂ ਥਾਂ 'ਤੇ ਮੇਰੀ ਇਹਨਾਂ ਨੇ ਨਿੰਦਿਆ ਕਰਨ ਲੱਗ ਜਾਣਾ ਹੈ। ਪਰ ਜਦੋਂ ਸੈਦਾ ਖਾਂ ਇਹ ਮੈਦਾਨੇ ਜੰਗ ਦੇ ਵਿੱਚ ਪਹੁੰਚ ਚੁੱਕਿਆ ਸੀ, ਸੋ ਜਸ ਗੁਰੂ ਕੋ ਸੁਨ ਤੋ ਰਹਿਓ, ਇਹ ਬੜੇ ਲੰਮੇ ਸਮੇਂ ਤੋਂ ਦਸ਼ਮੇਸ਼ ਪਿਤਾ ਦਾ ਜਸ ਆਪਣੇ ਕੰਨਾਂ ਦੇ ਨਾਲ ਸੁਣਦਾ ਆ ਰਿਹਾ ਹੈ। ਨਹੀਂ ਬਿਲੋਚਨ ਤੇ ਕਬ ਲਹਿਓ, ਪਰ ਅਜੇ ਤੱਕ ਇਹਨੇ ਸਤਿਗੁਰੂ ਜੀ ਦਾ ਜਿਹੜਾ ਦਰਸ਼ਨ ਸਾਹਮਣੇ ਨਹੀਂ ਕੀਤਾ ਸੀ। ਗੁਨੀ ਉਦਾਰ ਚਤੁਰ ਤਨ ਰੂਰੇ, ਸੈਦੇ ਖਾਂ ਨੂੰ ਪਤਾ ਲੱਗਿਆ ਵੀ ਸਤਿਗੁਰੂ ਜੀ ਯੋਧਿਆਂ ਦੇ ਯੋਧੇ, ਆ ਵਿਦਵਾਨਾਂ ਦੇ ਵਿਦਵਾਨ, ਕਵੀਆਂ ਦੇ ਕਵੀ ਵੀ ਕਿਹੜੇ ਕਿਹੜੇ ਗੁਣ ਸਤਿਗੁਰੂ ਜੀ ਦੇ ਵਰਣ ਕੀਤੇ ਜਾ ਸਕਦੇ ਹਨ। ਇਤਿਆਦਿਕ ਗੁਣ ਗਾਨ ਕਰ ਪੂਰੇ, ਵੀ ਸਤਿਗੁਰੂ ਜੀ ਦੇ ਅੰਦਰ ਤਾਂ ਸਾਰੇ ਹੀ ਜਿਹੜੇ ਗੁਣ ਪਹਿਲਾਂ ਹੀ ਪਰਮਾਤਮਾ ਨੇ ਭਰੇ ਹੋਏ ਹਨ। ਜਨ ਜਗ ਕੀ ਸੁੰਦਰਤਾ ਜੋਰੀ, ਇਹਨੂੰ ਐਂ ਲੱਗਦਾ ਸੀ ਵੀ ਸਾਰੀ ਦੁਨੀਆ ਦੀ ਜਿਹੜੀ ਸੁੰਦਰਤਾਈ ਜਿਵੇਂ ਵਿਧਾਤਾ ਨੇ ਪਹਿਲਾਂ ਇੱਕ ਥਾਂ 'ਤੇ ਇਕੱਠੀ ਕੀਤੀ ਤੇ ਫਿਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਾਵਨ ਜਿਹੜਾ ਸਰੂਪ ਸਾਜਣਾ ਕੀਤਾ ਹੈ। ਵਿਵਿਧ ਵਿਦਨ ਕੀ ਵਿਦ ਹੈ ਬਟੋਰੀ, ਵਿਧਾਤਾ ਨੇ ਅਨੇਕ ਪ੍ਰਕਾਰ ਦੀ ਜਿਹੜੀ ਹੈ ਕ੍ਰਾਂਤੀ ਸੁੰਦਰਤਾਈ ਪਹਿਲਾਂ ਆਪਣੇ ਪਾਸ ਇਹਨੇ ਜਮ੍ਹਾਂ ਕੀਤੀ ਸੀ। ਸੈਦ ਖਾਨ ਸੁਨ ਸੁਨ ਗੁਣ ਗਨ ਕੋ, ਹੁਣ ਸੈਦ ਖਾਨ ਰੋਜ਼ਾਨਾ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਵਡਿਆਈ, ਸਾਹਿਬਾਂ ਦੇ ਗੁਣ ਕੰਨਾਂ ਦੇ ਨਾਲ ਲੋਕਾਂ ਦੇ ਕੋਲੋਂ ਸੁਣਦਾ ਰਹਿੰਦਾ ਸੀ ਵੀ ਮਹਾਰਾਜ ਨੇ ਤਾਂ ਕਵੀਆਂ ਨੂੰ ਪ੍ਰਸੰਨ ਹੋ ਕਰਕੇ ਲੱਖਾਂ ਲੱਖਾਂ ਰੁਪਈਆ ਉਹਨਾਂ ਦੀ ਝੋਲੀ ਦੇ ਵਿੱਚ ਪਾ ਦਿੱਤਾ ਹੈ। ਜਿਹੜੇ ਕਵੀ ਲਖਾਰੀ ਵਿਦਵਾਨ ਚਾਰੇ ਪਾਸਿਆਂ ਤੋਂ ਵਿਚਾਰੇ ਬੜੇ ਨਿਰਾਸ਼ ਦੁਖੀ ਹੋ ਚੁੱਕੇ ਸਨ ਵੀ ਸਾਡੀ ਵਿੱਦਿਆ ਦੀ ਕੋਈ ਕਦਰ ਤਾਂ ਕਰਦਾ ਨਹੀਂ, ਪੜ੍ਹਨ ਦਾ ਫਾਇਦਾ ਕੀ ਹੋਇਆ। ਪਰ ਜਿਹੜੇ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਪਹੁੰਚੇ ਉਹਨਾਂ ਨੂੰ ਤਾਂ ਫਿਰ ਦੀਨ ਦੁਨੀਆ ਦੇ ਮਾਲਕ ਨੇ ਵੱਡੇ ਵੱਡੇ ਰਾਜੇ ਮਹਾਰਾਜਿਆਂ ਦੇ ਸਮਾਨ ਬਣਾ ਦਿੱਤਾ ਹੈ। ਹੁਣ ਇਹ ਜਿਹੜੀਆਂ ਗੱਲਾਂ ਪਹਿਲਾਂ ਹੀ ਹਿੰਦੁਸਤਾਨ ਦੇ ਕੋਨੇ-ਕੋਨੇ ਦੇ ਵਿੱਚ ਪਹੁੰਚ ਚੁੱਕੀਆਂ ਸਨ। ਚਾਹਤ ਪਿਖਿਓ ਪ੍ਰੇਮ ਕਰ ਮਨ ਕੋ, ਇਹ ਮਨ ਦੇ ਵਿੱਚ ਬੜਾ ਪ੍ਰੇਮ ਧਾਰਨ ਕਰਕੇ ਸੈਦੇ ਖਾਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਨਾ ਚਾਹੁੰਦਾ ਸੀ। ਨਹਿ ਇਤਫਾਕ ਬਨਿਓ ਕਬ ਕੋਈ, ਪਰ ਅਜੇ ਤੱਕ ਇਹੋ ਜਿਹਾ ਕੋਈ ਬਹਾਨਾ ਇਹਦੀ ਜ਼ਿੰਦਗੀ ਦੇ ਵਿੱਚ ਨਹੀਂ ਬਣਿਆ ਹੈ ਜਿਸ ਤੈ ਸਤਿਗੁਰ ਦਰਸ਼ਨ ਹੋਈ। ਜੈਸ ਕਰਕੇ ਇਹੋ ਜਿਹੇ ਨੂਰਾਨੀ ਚਿਹਰੇ ਦਾ ਦੀਦਾਰ ਕਰੇ ਅਨੰਦਪੁਰ ਦੇ ਵਿੱਚ ਪਹੁੰਚ ਗਏ। ਕੋਈ ਵੀ ਹੁਣ ਇਹੋ ਜਿਹਾ ਆਨਾ ਬਹਾਨਾ
ਅਜੇ ਤੱਕ ਇਹਨੂੰ ਪ੍ਰਾਪਤ ਨਹੀਂ ਹੋਇਆ ਸੀ। ਚੜਿਓ ਮੁਹਿੰਮ ਆਨੰਦਿਤ ਆਇਓ। ਪਰ ਜਦੋਂ ਇਹ ਅੱਜ ਜੰਗ ਕਰਨ ਦੇ ਲਈ ਚੱਲਿਆ, ਸੁਣ ਕਰਕੇ ਇਹਦੇ ਮਨ ਦੇ ਵਿੱਚ ਬੜਾ ਆਨੰਦ ਪੈਦਾ ਹੋ ਗਿਆ। ਅਵਸਰ ਇਹੋ ਖੁਦਾਏ ਬਨਾਇਓ। ਸੋਧ ਹੈ ਵੀ ਖੁਦਾ ਨੇ ਅਜੇ ਤਾਂ ਆਪਣੇ ਆਪ ਹੀ ਬੜਾ ਸੋਹਣਾ ਬਹਾਨਾ ਮੇਰੇ ਦੇ ਲਈ ਬਣਾ ਦਿੱਤਾ ਹੈ। ਦਰਸ਼ਨ ਹੋਏ ਹੈ ਜੰਗ ਬਹਾਨੇ। ਇਸ ਯੁੱਧ ਦੇ ਦੌਰਾਨ ਮੈਨੂੰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਉਹਦੇ ਉੱਥੇ ਸਾਹਮਣੇ ਦਰਸ਼ਨ ਹੋ ਜਾਣੇ ਹਨ। ਹਿਰਦੇ ਮਨੋਰਥ ਦ੍ਰਿੜ ਅਸ ਠਾਨੇ। ਇਹੋ ਜਿਹਾ ਜਿਹੜਾ ਮਨੋਰਥ ਇਹਦੇ ਅੰਦਰ ਪਹਿਲਾਂ ਹੀ ਬੜਾ ਪਰਪੱਕ ਹੋ ਚੁੱਕਿਆ ਸੀ। ਦਲ ਮੁਕਾਬਲੇ ਦੋਨੋਂ ਭਏ। ਜਦੋਂ ਦੋਵੇਂ ਪਾਸਿਆਂ ਦੇ ਜਿਹੜੇ ਦਲ ਇੱਕ ਦੂਜੇ ਦਾ ਮੁਕਾਬਲਾ ਕਰਨ ਦੇ ਲਈ ਆਮੋ ਸਾਹਮਣੇ ਨੇੜੇ ਹੋ ਚੁੱਕੇ ਹਨ। ਦੇਖਣ ਕੀ ਇੱਛਾ ਉਰ ਲਏ। ਹੁਣ ਇਹਦੇ ਮਨ ਦੇ ਅੰਦਰ ਸਤਿਗੁਰੂ ਜੀ ਦੇ ਦੀਦਾਰ ਕਰਨ ਦੀ ਬੜੀ ਲਾਲਸ ਵੱਧ ਗਈ ਹੈ। ਤੁਰਕਨ ਤੇ ਚਿੱਤ ਤਰਾਸ ਤਰੰਤਾ। ਪਰ ਫਿਰ ਵੀ ਉਹਨਾਂ ਤੁਰਕਾਂ ਮੁਗਲਾਂ ਪਠਾਨਾਂ ਤੋਂ ਇਹਦੇ ਮਨ ਦੇ ਅੰਦਰ ਬੜਾ ਡਰ ਪੈ ਪਰਿਆ ਹੋਇਆ ਸੀ। ਬਿਦਤ ਮਿਲੋ ਇਮ ਨਹੀਂ ਚਾਹੰਤਾ। ਇਹ ਹੁਣ ਸਾਹਮਣੇ ਪ੍ਰਗਟ ਤੌਰ ਤੇ ਦੀਨ ਦੁਨੀਆ ਦੇ ਮਾਲਕ ਨੂੰ ਮਿਲ ਨਹੀਂ ਸਕਦਾ ਸੀ। ਸ਼ਸਤਰ ਬੰਦ ਕਰ ਸਨਮੁਖ ਆਵੇ। ਸੋ ਦੇਵੀ ਜਦੋਂ ਸਤਿਗੁਰੂ ਜੀ ਨਾ 72 ਸਜਾ ਕੇ ਮੈਦਾਨੇ ਜੰਗ ਦੇ ਵਿੱਚ ਮੇਰੇ ਸਾਹਮਣੇ ਆ ਜਾਣੇ ਹਨ। ਰਣ ਹਿਤ ਕਰਨ ਦਰਸ ਦਿਖਰਾਵੇ। ਇੱਕ ਯੁੱਧ ਕਰਨ ਦੇ ਬਹਾਨੇ ਮੈਨੂੰ ਤਾਂ ਆਪਣੇ ਆਪ ਹੀ ਸਰਬੱਗ ਸਤਿਗੁਰੂ ਜੀ ਨੇ ਦੀਦਾਰ ਬਖਸ਼ ਦੇਣੇ ਹਨ। ਅੰਤਰ ਜਾਮੀ ਪੀਰਨ ਪੀਰ। ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂਆਂ ਦੇ ਗੁਰੂ, ਪੀਰਾਂ ਦੇ ਪੀਰ, ਦਾਤਿਆਂ ਦੇ ਦਾਤੇ, ਬੜੇ ਸਰਬੱਗ ਅੰਤਰ ਜਾਮੀ ਹਨ। ਔਰ ਕੀ ਲਖ ਹੈ ਪ੍ਰੇਮ ਕੀ ਧੀਰ। ਜਿਹੜੀ ਮੇਰੇ ਮਨ ਦੇ ਅੰਦਰ ਇੱਕ ਪ੍ਰੇਮ ਦੀ ਪੀੜਾ ਪੈਦਾ ਹੋ ਗਈ ਹੈ, ਉਸ ਨੂੰ ਵੀ ਸਤਿਗੁਰੂ ਜੀ ਆਪਣੇ ਆਪ ਹੀ ਜਾਣਨ ਵਾਲੇ ਹਨ। ਤਾ ਅਬ ਤੇਜ ਤੁਰੰਗ ਕੁਦਾਵ ਹੈ। ਸਹਿਜੇ ਖਾਂ ਆਪਣੇ ਮਨ ਦੇ ਅੰਦਰ ਸੋਚਣ ਲੱਗ ਗਿਆ ਕਿ ਜੇ ਸਤਿਗੁਰੂ ਜੀ ਦਾ ਹੁਣ ਤਿਰਕਾਲ ਦਰਸ਼ੀ ਨੇ ਨਾ ਬਿਨ ਬਕਨੇ ਬਿਨ ਕਹਿਣ ਕਹਾਵਨ ਅੰਤਰ ਜਾਮੀ ਜਾਣੈ। ਕਹਿਣ ਤੋਂ ਬਿਨਾਂ ਹੀ ਸਤਿਗੁਰੂ ਜੀ ਨੇ ਮੇਰੇ ਹਿਰਦੇ ਦਾ ਜਿਹੜਾ ਪ੍ਰੇਮ ਆਪਣੇ ਆਪ ਹੀ ਪਰਖ ਕਰ ਲੈਣਾ। ਸਭ ਕੋ ਤੇਰਾ ਬਸ ਅਗਮ ਗੋਚਰਾ ਤੂੰ ਭਗਤਾ ਕੈ ਬਸ ਭਗਤਾ ਤਾਣ ਤੇਰਾ। ਇਹੋ ਜੇ ਭਗਤ ਜਨ ਮਹਾਂਪੁਰਖ ਪਰਮਾਤਮਾ ਨੂੰ ਕਹਿੰਦੇ ਨਾਮਾ ਕਹੈ ਭਗਤ ਬਸ ਕੈਸਵ ਅਜੋ ਬਲ ਕੇ ਦੁਆਰ ਖੁਰੋ। ਉਹਦਾ ਫਿਰ ਪ੍ਰੇਮ ਦੀਆਂ ਜਿਹੜੀਆਂ ਜੰਜੀਰਾਂ ਪਾ ਕਰਕੇ ਬੰਨ ਲੈਂਦੇ ਹਨ। ਸਭ ਕੋ ਤੇਰਾ ਬਸ ਅਗਮ ਗੋਚਰਾ ਤੋ ਭਗਤਾਂ ਕੈ ਬਸ। ਅਕਾਲ ਪੁਰਖ ਵਾਹਿਗੁਰੂ ਆਪਣੇ ਭਗਤਾਂ ਦੇ ਵਾਦੇ ਵਿੱਚ ਵੀ ਹੋ ਜਾਂਦਾ ਹੈ। ਸਭ ਕੋ ਤੇਰਾ ਬਸ ਅਗਮ ਗੋਚਰਾ ਤੂੰ ਭਗਤਾਂ ਕੈ ਬਸ। ਭਗਤਾਂ ਤਾਣ ਤੇਰਾ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ। ਇਹੋ ਜੀ ਸੱਚੀ ਪ੍ਰੀਤੀ ਇਹ ਸੈਦੇ ਖਾਂ ਪਠਾਨ ਦੇ ਮਨ ਦੇ ਅੰਦਰ ਵੀ ਜਦੋਂ ਪੈਦਾ ਹੋ ਗਈ ਹੈ। ਕਲਗੀ ਝੂਲਤ ਰੂਪ ਦਿਖਾਵੈ। ਸੋਧ ਹੈ ਵੀ ਜਦੋਂ ਮੈਂ ਸੁਨਹਿਰੀ ਰੰਗ ਦੀ ਕਲਗੀ ਝੂਲਦੀ ਹੋਈ ਦੇ ਸਾਹਮਣੇ ਦਰਸ਼ਨ ਕਰਨੇ ਹਨ। ਅਤ ਉਤਕੰਠਾ ਲਖ ਚਿਤ ਮੇਰੀ। ਮੇਰੇ ਮਨ ਦੀ ਜਿਹੜੀ ਉਤਕੰਠਾ ਹੈ, ਜੋ ਮੇਰੇ ਦਿਲ ਦੇ ਅੰਦਰ ਇਹੋ ਜੀ ਤਾਂ ਬੜੀ ਲਾਲਸ ਪੈਦਾ ਹੋ ਗਈ ਹੈ। ਏਕ ਬਾਰ ਇਤ ਪਾਵਹਿ ਫੇਰੀ। ਵੀ ਸਤਿਗੁਰੂ ਜੀ ਨੇ ਕੋਈ ਨਾ ਕੋਈ ਬਹਾਨਾ ਜਾ ਬਣਾ ਕਰਕੇ ਮੇਰੇ ਵੱਲ ਆਪਣੇ ਆਪ ਹੀ
ਫੇਰਾ ਪਾ ਦੇਣਾ ਹੈ। ਮਨ ਕੇ ਇਮ ਸੰਕਲਪ ਉਠਾਵੈ। ਇਹੋ ਜਿਹੇ ਸੰਕਲਪ ਵਿਕਲਪ ਸੈਦੇ ਖਾਂ ਪਠਾਨ ਦੇ ਮਨ ਦੇ ਅੰਦਰ ਪੈਦਾ ਹੋਣ ਲੱਗ ਪਏ ਹਨ। ਵਹਿਰ ਡਰਤ ਨਹਿ ਕਛੂ ਅਲਾਵੈ। ਬਾਹਰੋਂ ਡਰਦਿਆਂ ਹੋਇਆਂ ਆਪਣੇ ਮਨ ਦੀ ਜਿਹੜੀ ਲਾਲਸਾ ਉਹ ਤਾਂ ਨਹੀਂ ਕਿਸੇ ਪਾਸ ਨਹੀਂ ਦੱਸੀ ਹੈ। ਜਾਣੈ ਤੁਰਕ ਤਰਕ ਕੋ ਕਰੈ। ਸੋਚ ਹੈ ਵੀ ਜੇ ਮੈਂ ਮੂੰਹ ਤੋਂ ਗੱਲ ਕਹਿਤੀ, ਇਹਨਾਂ ਤੁਰਕਾਂ ਮੁਗਲਾਂ ਪਠਾਨਾਂ ਨੇ ਬੜੀਆਂ ਤਰਕਾਂ ਕਰਨ ਲੱਗ ਜਾਣਾ ਹੈ ਵੀ ਦੇਖੋ ਮੁਸਲਮਾਨ ਹੋ ਕੇ ਇਹ ਹਿੰਦੂ ਪੀਰ ਦੇ ਚਰਨਾਂ ਦਾ ਸੇਵਕ ਪ੍ਰੇਮੀ ਮੁਰੀਦ ਬਣਿਆ ਹੋਇਆ ਹੈ। ਸੋਚ ਹੈ ਵੀ ਜੇ ਕਿਸੇ ਪਾਸ ਕੋਈ ਗੱਲਬਾਤ ਕਰੂੰ ਤਾਂ ਵੀ ਇਹਨਾਂ ਨੇ ਮੇਰੇ ਉੱਪਰ ਬੜੀਆਂ ਤਰਕਾਂ ਹੁਜਤਾਂ ਖੜੀਆਂ ਕਰ ਲੈਣੀਆਂ ਹਨ। ਹਜੋ ਸਭਨ ਮਹਿ ਬਹੁ ਬਿਸਤਰੈ। ਚਾਰੇ ਪਾਸੇ ਇਹਨਾਂ ਨੇ ਬੜੀ ਮੇਰੀ ਨਖੇਦੀ ਕਰਨ ਲੱਗ ਜਾਣਾ ਹੈ। ਪਾਤਸ਼ਾਹ ਨਵ ਰੰਗ ਢਿਗ ਕਹੈ। ਜਾ ਕਰਕੇ ਮੇਰੀ ਸ਼ਿਕਾਇਤ ਦੋਟਾ ਪਾਪੀਆਂ ਨੇ ਬਾਦਸ਼ਾਹ ਔਰੰਗਜ਼ੇਬ ਦੇ ਪਾਸ ਵੀ ਕਰ ਦੇਣੀ ਹੈ। ਮੋਕੋ ਮਹਾ ਨਿਲਾਇਕ ਲਹੈ। ਜਦੋਂ ਬਾਦਸ਼ਾਹ ਔਰੰਗਜ਼ੇਬ ਨੂੰ ਲੱਗੂ ਪਤਾ, ਸਮਝੋ ਵੀ ਤਾਂ ਮੇਰਾ ਬਹੁਤ ਵੱਡਾ ਜਰਨੈਲ ਨਲਾਇਕ ਹੀ ਨਿਕਲਿਆ ਹੈ। ਇਤਿਆਦਿਕ ਮਨ ਗਟੀ ਗਨੰਤਾ। ਇਹੋ ਜਿਹੀਆਂ ਵਿਚਾਰਾਂ ਸੈਦੇ ਖਾਂ ਦੇ ਮਨ ਦੇ ਅੰਦਰ ਬਾਰ-ਬਾਰ ਪੈਦਾ ਹੋਣ ਲੱਗ ਪਈਆਂ ਸਨ। ਬਿਨ ਦੇਖੇ ਅਤਸ਼ੈ ਅਕੁਲੰਤਾ। ਪਰ ਹੁਣ ਦਰਸ਼ਨ ਕੀਤੇ ਤੋਂ ਬਗੈਰ ਇਹਦਾ ਮਨ ਬੜਾ ਵਿਆਕਲ ਹੋ ਰਿਹਾ ਸੀ। ਜਾਗੇ ਭਾਗ ਪ੍ਰੇਮ ਵਸ਼ ਹੋਇਓ। ਪ੍ਰੇਮ ਦੇ ਬਸ ਹੋ ਕੇ ਇਹਦੇ ਬਹੁਤ ਵੱਡੇ ਭਾਗ ਜਾਗ ਪਏ ਹਨ। ਬੇਹਬਲ ਭਇਓ ਚਹਿ ਗੁਰ ਜੋਇਓ। ਬੜਾ ਬੇਵਲ ਜਾ ਹੋ ਕਰਕੇ ਸੈਦੇ ਕਾ ਪਠਾਨ ਜਲਦੀ ਤੋਂ ਜਲਦੀ ਦਸ਼ਮੇਸ਼ ਪਿਤਾ ਦੇ ਨੂਰਾਨੀ ਚਿਹਰੇ ਦੇ ਦਰਸ਼ਨ ਕਰਨਾ ਚਾਹੁੰਦਾ ਸੀ। ਤੂੰ ਸੋ ਸੱਜਣ ਮੈਂਡਿਆ ਡਈ ਸਸੋ ਤਾਰ। ਨੈਣ ਮਹਿੰਜੇ ਤਰਸ ਦੇ ਕਦ ਪਸੀ ਦੀਦਾਰ। ਮਹਾਰਾਜ ਆਪ ਦੇ ਦਰਸ਼ਨ ਕਰਨ ਨੂੰ ਤਾਂ ਨੈਣ ਮਹਿੰਜੇ ਤਰਸ ਦੇ ਬੜੇ ਤਰਸ ਰਹੇ ਹਨ। ਜਿਵੇਂ ਜੈਸੀ ਭੁੱਖੇ ਪ੍ਰੀਤ ਨਾਜ ਤਰਖਾ ਵੰਤ ਜਲ ਸੇਤੀ ਕਾਜ। ਜਿਹਨੂੰ ਨਾ ਜੇਠ ਆੜ ਦੇ ਮਹੀਨੇ ਬਹੁਤ ਜ਼ਿਆਦਾ ਪਿਆਸ ਲੱਗੀ ਹੈ, ਉਹ ਪਾਣੀ ਤੋਂ ਬਗੈਰ ਕੋਈ ਵੀ ਮਨ ਦੇ ਵਿੱਚ ਫੁਰਨਾ ਨਹੀਂ ਕਰੂਗਾ, ਸੋਚ ਨਹੀਂ ਪੈਦਾ ਹੁੰਦੀ ਉਹਦੇ ਅੰਦਰ। ਉਹਨੂੰ ਤਾਂ ਇਹੀ ਹੈ ਵੀ ਮੈਨੂੰ ਪਾਣੀ ਮਿਲੇ ਤਾਂ ਫਿਰ ਮੇਰੇ ਪ੍ਰਾਣ ਬਚਣੇ ਹਨ। ਐਸੇ ਤਰ੍ਹਾਂ ਜੈਸੀ ਭੁੱਖੇ ਪ੍ਰੀਤ ਨਾਜ। ਜਿਹੜਾ ਮਨੁੱਖ ਕਈ ਦਿਨਾਂ ਦਾ ਹੈ ਭੁੱਖਾ, ਉਹ ਵੀ ਹਰ ਵਕਤ ਬਸ ਇੱਕ ਅੰਨ ਦੇ ਬਾਰੇ ਹੀ ਸੋਚੀ ਜਾਊਗਾ। ਕਿਤੋਂ ਨਾ ਕਿਤੇ 2-4 ਗਰਾਈਆਂ ਮਿਲ ਜਾਣ, ਮੇਰੇ ਪ੍ਰਾਣ ਬਚ ਜਾਣੇ ਹਨ। ਇਹੋ ਜੀ ਖਿੱਚ, ਇਹੋ ਜੀ ਤਾਂਗ ਸੈਦੇ ਖਾਂ ਪਠਾਨ ਦੇ ਮਨ ਦੇ ਅੰਦਰ ਪੈਦਾ ਹੋ ਗਈ ਹੈ। ਨੈਣ ਮਹਿੰਜੇ ਤਰਸ ਦੇ ਕਦ ਪਸੀ ਦੀਦਾਰ। ਮਹਾਰਾਜ ਨੇਤਰ ਮੇਰੇ ਬੜੇ ਤਰਸ ਰਹੇ ਹਨ। ਪਤਾ ਨਹੀਂ ਕਿਹੜੇ ਵੇਲੇ ਆਪਦੇ ਮੈਨੂੰ ਦਰਸ਼ਨ ਹੋਣੇ ਨੇ। ਮਹਾ ਭਾਵਨਾ ਉਰ ਬਿਰਧਾਨੀ। ਇਹ ਕਿਹੋ ਜੀ ਬਹੁਤ ਵੱਡੀ ਭਾਵਨਾ ਇਹਦੇ ਹਿਰਦੇ ਦੇ ਅੰਦਰ ਵਧ ਚੁੱਕੀ ਹੈ। ਸ਼੍ਰੀ ਕਲਗੀਧਰ ਸੋ ਪਹਿਚਾਨੀ। ਕੌਣ? ਦਸ਼ਮੇਸ਼ ਪਿਤਾ ਸਤਿਗੁਰੂ ਜੀ ਸਰਬੱਗ ਨੇ ਅੰਤਰ ਜਾਮੇ ਹਨ। ਸਹਿ ਨਾ ਸਕੇ ਬ੍ਰਿਹੁ ਪ੍ਰੇਮੀ ਕੇਰਾ। ਆਪਣੇ ਪ੍ਰੇਮੀ ਦਾ ਜਿਹੜਾ ਵਿਛੋੜਾ ਜੋ ਹਿਰਦੇ ਦੀ ਪੀੜਾ, ਉਹ ਵੀ ਮਾਰਾਂ ਨੂੰ ਫਿਰ ਝੱਲਣੀ ਬੜੀ ਔਖੀ ਹੋ ਗਈ ਹੈ। ਰੋੜੀ ਪਰਤੇ ਉੱਠ ਬਿਨ ਦੇਰਾ। ਉਸ ਵਕਤ ਸਤਿਗੁਰੂ ਜੀ ਉੱਚੀ ਥਾਂ ਤੋਂ ਖੜੇ ਹੋ ਗਏ ਹਨ। ਹਵੈ ਸੁਚੇਤ ਤਬ ਹੀ ਕਟ ਕਸੀ। ਉਸ ਵਕਤ ਆਪਣੀ ਜਿਹੜੀ ਸ੍ਰੀ ਸਾਹਿਬ
ਲੱਕ ਦੇ ਨਾਲ ਬੰਨ ਲਈ ਹੈ। ਸਦਾ ਪ੍ਰੇਮ ਕੇ ਜੋ ਹੈ ਬਸੀ। ਜੋ ਸਤਿਗੁਰੂ ਜੀ ਤਾਂ ਹਮੇਸ਼ਾ ਵਾਸਤੇ ਪ੍ਰੇਮ ਦੇ ਵਾਦੇ ਵਿੱਚ ਹੀ ਅਨਾਦਿ ਕਾਲ ਤੋਂ ਰਹਿਣ ਵਾਲੇ ਹਨ। ਤਨੁਖ ਬਾਨ ਨਿਜ ਪਾਨ ਸੰਭਾਰਾ। ਆਪਣੇ ਹੱਥ ਦੇ ਵਿੱਚ ਮਹਾਰਾਜ ਨੇ ਬਹੁਤ ਵੱਡਾ ਭਾਰਾ ਮਜ਼ਬੂਤ ਧਨੁਸ਼ ਵੀ ਧਾਰਨ ਕਰ ਲਿਆ ਹੈ। ਭਏ ਤੁਰੰਗਮ ਪਰ ਅਸਵਾਰਾ। ਉਸ ਬਾਤ ਦੀਨ ਦੁਨੀਆ ਦੇ ਮਾਲਕ ਆਪਣੇ ਘੋੜੇ ਦੇ ਉੱਪਰ ਅਸਵਾਰ ਹੋ ਗਏ ਹਨ। ਕਰਤ ਸ਼ੀਘਰਤਾ ਹੈ ਚਪਲਾਏ। ਆਪਣੇ ਘੋੜੇ ਨੂੰ ਬੜਾ ਤੇਜ਼ ਦੜਾਉਂਦਿਆਂ ਹੋਇਆਂ ਸਤਿਗੁਰੂ ਜੀ ਫਿਰ ਸੈਦੇ ਖਾਂ ਪਠਾਨ ਦੇ ਵੱਲ ਚੱਲ ਪਏ ਨੇ। ਤਤ ਛਿਨ ਖਾਨ ਅਗਰ ਕੋ ਆਏ। ਇੱਕ ਛਣ ਦੇ ਵਿੱਚ ਘੋੜੇ ਨੂੰ ਕਰਕੇ ਤੇਜ਼ ਸਤਿਗੁਰੂ ਜੀ ਦੇ ਬਿਲਕੁਲ ਮੈਦਾਨ ਜੰਗ ਦੇ ਵਿੱਚ ਸਾਹਮਣੇ ਪਹੁੰਚ ਗਏ ਹਨ। ਕਹਿਓ ਖਾਨ ਜੀ ਬਨ ਸਵਧਾਨਾ। ਉਸ ਬਾਤ ਸਤਿਗੁਰੂ ਜੀ ਕਹਿਣ ਲੱਗੇ ਪਠਾਨ ਸਾਹਿਬ ਜਦਾ ਸਾਵਧਾਨ ਹੋ ਜਾ, ਅਸੀਂ ਤਾਂ ਤੇਰੇ ਬਿਲਕੁਲ ਸਾਹਮਣੇ ਪਹੁੰਚ ਚੁੱਕੇ ਹਾਂ। ਤਜ ਆਲਸ ਹੋਏ ਆਜੁਦ ਪਾਨਾ। ਹੁਣ ਆਲਸ ਨੂੰ ਛੱਡ ਕਰਕੇ ਤੈਨੂੰ ਫਿਰ ਸਾਡੇ ਨਾਲ ਜੰਗ ਕਰਨਾ ਪਏਗਾ। ਖਬਰਦਾਰ ਹੋਏ ਸ਼ਸਤਰ ਸੰਭਾਰੋ। ਸਤਿਗੁਰੂ ਜੀ ਨੇ ਅਨੁਸਾਰ ਬੰਗਾਰਿਆ ਇਹਦੇ ਮਨ ਦਾ ਜਿਹੜਾ ਪ੍ਰੇਮ ਪੈਦਾ ਕਰਨ ਦੇ ਲਈ। ਸਹਿ ਹੋ ਵਾਰ ਕੈ ਆਪਨ ਪ੍ਰਹਾਰ ਹੋ। ਸਤਿਗੁਰੂ ਜੀ ਕਹਿ ਲੱਗੇ ਵੀ ਤੇਰੀ ਮਰਜ਼ੀ ਹੈ, ਜਾ ਬਾਹਰ ਕਰ ਲੈ, ਜਾਂ ਫਿਰ ਸਾਡਾ ਕੀਤਾ ਹੋਇਆ ਆਪਣੇ ਸਰੀਰ ਦੇ ਉੱਪਰ ਤੈਨੂੰ ਸਹਿਣਾ ਪਵੇਗਾ। ਸੈਦ ਖਾਨ ਵਿੱਚ ਸੈਨ ਤਮਾਮੂ। ਹੁਣ ਸੈਦ ਖਾਂ ਜਰਨੈਲ ਹੈ ਫੌਜਾਂ ਦਾ, ਸਾਰੇ ਜਵਾਨਾਂ ਸਿਪਾਹੀਆਂ ਦੇ ਵਿਚਕਾਰ ਖੜਾ ਸੀ। ਹਾਥ ਬੰਦ ਝੁਕ ਕੀਨ ਸਲਾਮੂ। ਉਸ ਬਾਤ ਨੇ ਦੋਵੇਂ ਹੱਥ ਜੋੜ ਕਰਕੇ ਮਹਾਰਾਜ ਦੇ ਅੱਗੇ ਸਲਾਮ ਕਰ ਦਿੱਤੀ ਹੈ। ਸ਼੍ਰੀ ਗੁਰ ਸੂਰਜ ਕੋ ਦਰਸਾਏ। ਜਦੋਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਰੂਪੀ ਸੂਰਜ ਦੇ ਨੇ ਸਾਹਮਣੇ ਦੀਦਾਰ ਕੀਤੇ ਹਨ। ਕਮਲ ਬਿਲੋਚਨ ਜੁਗ ਵਿਕਸਾਏ। ਉਸ ਬਾਤ ਸੈਦੇ ਖਾਂ ਦੇ ਜਿਹੜੇ ਦੋਵੇਂ ਨੇਤਰ ਕਮਲ ਦੇ ਫੁੱਲ ਦੇ ਸਮਾਨ ਖਿੜ ਚੁੱਕੇ ਸਨ। ਮਹਾ ਪ੍ਰੇਮ ਤੇ ਗਦ ਗਦ ਬਾਨੀ। ਹੁਣ ਇਤਨਾ ਪ੍ਰੇਮ ਪੈਦਾ ਹੋ ਗਿਆ, ਇਹਦੀ ਜਿਹੜੀ ਬਾਣੀ ਉਹ ਵੀ ਅਸਤ ਵਿਅਸਤ ਹੋ ਚੁੱਕੀ ਹੈ। ਆਨੰਦਤ ਚਿਤ ਤਉ ਬਖਾਨੀ। ਪਰ ਫਿਰ ਵੀ ਬੜੇ ਆਨੰਦ ਦੇ ਸਹਿਤ ਹੋ ਕਰਕੇ ਮਹਾਰਾਜ ਦੇ ਅੱਗੇ ਬੇਨਤੀ ਕਰਨ ਲੱਗ ਪਿਆ ਸੀ। ਖੁਦਾਏ ਦੀ ਖੁਦਾਇਤ ਬਜਨਿਸ ਬੰਦ ਹੈ। ਉਹ ਸਮੇਂ ਕਹਿਣ ਲੱਗਿਆ ਖੁਦਾ ਹੀ ਬੰਦੇ ਦੇ ਰੂਪ ਦੇ ਵਿੱਚ ਨਵਿਨ ਮੇਰੇ ਸਾਹਮਣੇ ਪ੍ਰਗਟ ਹੋ ਗਿਆ ਹੈ। ਬਜਨਿਸ ਖੁਦਾਏ ਮੁਰੀਦ ਜਿੰਦ ਹੈ। ਪਿਓ ਜੇ ਖੁਦਾ ਆਪਣੇ ਮਰੀਦਾਂ ਦੇ ਅੰਦਰ ਵੀ ਜਿੰਦ ਪਾਉਣ ਵਾਲੇ ਹਨ। ਨਹਿ ਸਮਤਾ ਮੋਤੇ ਬਨ ਆਵੇ। ਸੋ ਦਾ ਵੀ ਸਤਿਗੁਰੂ ਜੀ ਦੀ ਬਰਾਬਰੀ ਮੈਂ ਮੈਦਾਨੇ ਜੰਗ ਦੇ ਵਿੱਚ ਸਾਹਮਣੇ ਹੋ ਕਰਕੇ ਕਿਵੇਂ ਕਰ ਸਕਦਾ ਹਾਂ। ਰਵ ਖਦਿਓਤ ਜਥਾ ਕਿਮ ਪਾਵੇ। ਇੱਕ ਪਾਸੇ ਹੈ ਬਹੁਤ ਵੱਡਾ ਸੂਰਜ ਤੇ ਦੂਜੇ ਪਾਸੇ ਜਿਹੜਾ ਜੁਗਨੂ ਹੈ ਟਟੈਣ ਹੈ, ਸੂਰਜ ਦੀ ਰੋਸ਼ਨੀ ਦੀ ਬਰਾਬਰੀ ਕਿਵੇਂ ਕਰ ਲਏਗਾ। ਸ਼੍ਰੀ ਕਲਗੀਧਰ ਬਹੁਰ ਉਚਾਰਾ। ਉਹ ਸਮੇਂ ਸੈਦੇ ਖਾਂ ਪਠਾਨ ਨੂੰ ਦੇ ਕਰਕੇ ਦਸ਼ਮੇਸ਼ ਪਿਤਾ ਕਹਿਣ ਲੱਗੇ ਸੀ ਸੁਨੋ ਖਾਨ ਜੀ ਬਾਕ ਹਮਾਰਾ। ਇਹ ਖਾਨ ਜੀ ਆ ਸਾਡੇ ਜਿਹੜੇ ਬਚਨ ਤੈਨੂੰ ਬੜੇ ਧਿਆਨ ਦੇ ਨਾਲ ਸੁਣਨੇ ਪੈਣੇ ਹਨ। ਚਾਕਰ ਰਹਿਬੋ ਡੇਰੇਦਾਰੀ। ਜੋ ਰਾਜੇ ਮਹਾਰਾਜਿਆਂ ਦੇ ਪਾਸ ਰਹਿ ਕਰਕੇ ਡੇਰੇਦਾਰੀਆਂ ਜੋ ਫਿਰ ਵੱਡੇ ਵੱਡੀਆਂ ਜਥੇਦਾਰੀਆਂ ਸੰਭਾਲਣੀਆਂ ਹਨ। ਜੰਗ ਜੀਤਬੋ ਪਾਕੰਦਾਰੀ। ਜਿਹੜੇ ਜੰਗ ਜਿੱਤ ਕਰਕੇ ਆਪਣੇ ਆਪ ਨੂੰ ਪਵਿੱਤਰ ਕਰਨਾ ਚਾਹੁੰਦੇ ਹਨ। ਸੁਨਤ ਬਾਕ ਤਜ ਦਿਓ ਤੁਰੰਗਮ। ਸਤਿਗੁਰੂ ਜੀ ਦੇ ਬਚਨ ਸੁਣਨ ਅਨੁਸਾਰ ਇਹਨੇ ਆਪਣਾ ਘੋੜਾ ਹੀ ਤਿਆਗ ਦਿੱਤਾ ਸੀ। ਛੋਰ ਦਿਓ ਸਭ ਆਪਣੋ ਸੰਗਮ। ਆਪਣੇ ਨਾਲ ਦੇ ਜਿਹੜੇ
ਮਿੱਤਰ ਦੋਸਤ ਉਹਨਾਂ ਦਾ ਵੀ ਸੰਗ ਤਿਆਗ ਦਿੱਤਾ ਹੈ। ਚਰਨ ਕਮਲ ਸਮ ਪਕਰੇ ਆਏ। ਅਨੁਸਾਰ ਸੈਦ ਖਾਨ ਨੇ ਤਾਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਸਾਰਿਆਂ ਦੇ ਸਾਹਮਣੇ ਚਰਨ ਪਕੜ ਲਏ ਹਨ। ਉਪਰ ਰਾਖਿਓ ਸੀਸ ਟਿਕਾਏ। ਆਪਣੀਆਂ ਫੌਜਾਂ ਦਾ ਕਰਕੇ ਤਿਆਗ ਸੈਦ ਖਾਨ ਨੇ ਆਪਣਾ ਜਿਹੜਾ ਮਸਤਕ ਮਹਾਰਾਜ ਦੇ ਚਰਨਾਂ ਤੇ ਟਿਕਾ ਦਿੱਤਾ ਸੀ। ਅਤ ਆਨੰਦ ਕੇ ਅਸ਼ਰੂ ਚਾਲੇ। ਇਹੋ ਜਿਹਾ ਆਨੰਦ, ਇਹੋ ਜਿਹਾ ਪ੍ਰੇਮ ਪੈਦਾ ਹੋਇਆ, ਵੱਡੇ ਵੱਡੇ ਹੰਝੂ ਇਹਦੀਆਂ ਅੱਖਾਂ ਦੇ ਵਿੱਚੋਂ ਧਰਤੀ ਤੇ ਡਿੱਗਣ ਲੱਗ ਪਏ ਹਨ। ਜਿਸ ਤੇ ਪਦ ਸਮ ਪਦਮ ਪਖਾਲੇ। ਹੰਝੂ ਗੈਰ ਗੈਰ ਕੇ ਨੇ ਤਾਂ ਮਹਾਰਾਜ ਦੇ ਚਰਨੀ ਧੋ ਦਿੱਤੇ ਸੀ। ਮਾਰਨ ਮਰਬੇ ਕੋ ਜਹ ਬੇ ਬੈਰ। ਜਿੱਥੇ ਹੁਣ ਸੈਦ ਖਾਂ ਮਾਰਨ ਤੇ ਮਰਨ ਤੱਕ ਮਨ ਦੇ ਅੰਦਰ ਬੜਾ ਬੈਰ, ਬੜੀ ਦੁਸ਼ਮਣੀ ਧਾਰਨ ਕਰਕੇ ਆਇਆ ਸੀ। ਤਹ ਕਰ ਪ੍ਰੇਮ ਲੀਨ ਵੱਡ ਖੈਰ। ਪਰ ਉੱਥੇ ਹੋ ਜਿਹਾ ਪ੍ਰੇਮ ਮਨ ਦੇ ਅੰਦਰ ਧਾਰਨ ਕਰਦਿਆਂ ਹੋਇਆ ਸੈਦ ਖਾਨ ਇਹੋ ਜਿਹੇ ਸੁੱਖ ਹੀ ਮਹਾਰਾਜ ਦੇ ਪਾਸੋਂ ਪ੍ਰਾਪਤ ਕਰ ਲਏ ਹਨ। ਪੂਰਬ ਜਨਮ ਸਿੱਖ ਸ੍ਰੀ ਗੁਰ ਕੋ। ਇਹ ਜਿਹੜਾ ਸੈਦ ਖਾਂ ਪਹਿਲੇ ਜਨਮ ਦੇ ਵਿੱਚ ਹੀ ਗੁਰੂ ਬਾਬਾ ਜੀ ਦੇ ਦਰ ਘਰ ਦਾ ਗੌਰ ਸਿੱਖ ਬਣਿਆ ਸੀ, ਇਸੇ ਕਰਕੇ ਦਰਸ਼ਨ ਕੀਤਾ ਨਹੀਂ। ਉਸੇ ਵਕਤ ਕਿਤਨਾ ਜਿਹੜਾ ਇੱਕ ਬੈਰਾਗ ਦਾ ਉਛਾਲਾ ਇਹਦੇ ਹਿਰਦੇ ਦੇ ਅੰਦਰ ਭਰ ਚੁੱਕੇ ਹੈ। ਭਾਵੇਂ ਬਾਦਸ਼ਾਹ ਔਰੰਗਜ਼ੇਬ ਦੇ ਵੱਲੋਂ ਤਾਂ ਇਹ ਸਤਿਗੁਰੂ ਜੀ ਨੂੰ ਗ੍ਰਿਫਤਾਰ ਕਰਨ ਵਾਸਤੇ ਆਏ ਸਨ। ਜਾਗ ਉਠਿਓ ਅੰਕੂਰ ਸੋ ਉਰਕੋ। ਉਹ ਜਿਹੜਾ ਹਿਰਦੇ ਦੇ ਅੰਦਰ ਭਰਿਆ ਹੋਇਆ ਪ੍ਰੇਮ, ਉਹਦੇ ਅੰਕੁਰ ਇਹਦੇ ਮਨ ਦੇ ਅੰਦਰ ਪੈਦਾ ਹੋ ਗਏ ਸਨ। ਕਿਸੂ ਦੋਸ਼ ਤੇ ਪਾਏ ਤੁਰਕ ਤਨ। ਕੋਈ ਜਿਹਾ ਦੋਸ਼, ਕੋਈ ਜਿਹਾ ਖੋਟਾ ਕਰਮ ਜਿਸ ਕਰਕੇ ਇਹਨੂੰ ਤੁਰਕਾਂ ਦੇ ਘਰ ਦੇ ਵਿੱਚ ਜਨਮ ਵੀ ਧਾਰਨ ਕਰਨਾ ਪੈ ਗਿਆ ਸੀ। ਤਦਪ ਲਾਗੀ ਰਹੀ ਲਗਨ ਮਨ। ਪਰ ਜਿਹੜੀ ਲਗਨ ਉਸੇ ਤਰ੍ਹਾਂ ਇਹਦੇ ਮਨ ਦੇ ਅੰਦਰ ਬੜੇ ਲੰਮੇ ਸਮੇਂ ਤੋਂ ਲੱਗੀ ਹੋਈ ਸੀ। ਭੂਤ ਭਵਿਖਿਅਤ ਕੇ ਗੁਰ ਗਿਆਤੇ। ਦਸ਼ਮੇਸ਼ ਪਿਤਾ ਤਾਂ ਤਿੰਨੇ ਕਾਲਾਂ ਦੀ ਵਾਰਤਾ ਨੂੰ ਸਦਾ ਵਾਤੇ ਆਪਣੇ ਆਪ ਹੀ ਜਾਣਨ ਵਾਲੇ ਹਨ। ਕਰਮ ਸ਼ੁਭ ਅਸ਼ੁਭ ਤਿਸਤੇ ਜਾਤੇ। ਜੋ ਵੀ ਕਿਸੇ ਪ੍ਰਾਣੀ ਨੇ ਚੰਗੇ ਮਾੜੇ ਸ਼ੁਭ ਅਸ਼ੁਭ ਕਰਮ ਕੀਤੇ ਹੋਏ ਹਨ, ਉਹਨਾਂ ਦੇ ਬਾਰੇ ਵੀ ਸਤਿਗੁਰੂ ਜੀ ਆਪਣੇ ਆਪ ਹੀ ਜਾਣ ਲੈਂਦੇ ਹਨ। ਹਿਰਦੇ ਪ੍ਰਵਾਹ ਪ੍ਰੇਮ ਕੋ ਲਹਿਓ। ਜਦੋਂ ਦੀਨ ਦੁਨੀਆ ਦੇ ਮਾਲਕ ਨੇ ਦੇਖਿਆ ਵੀ ਸੈਦ ਖਾਂ ਦੇ ਹਿਰਦੇ ਅੰਦਰ ਇੱਕ ਪ੍ਰੇਮ ਦਾ ਬਹੁਤ ਵੱਡਾ ਪ੍ਰਵਾਹ ਪੈਦਾ ਹੋ ਚੁੱਕਿਆ ਹੈ। ਕਲੁਖ ਪੁੰਜ ਜਿਸ ਮਹਿ ਸਭ ਦਹਿਓ। ਔਰ ਜਿਹੜੇ ਇਹਦੇ ਵੱਡੇ ਵੱਡੇ ਪਾਕ ਉਹ ਤਾਂ ਉਸ ਪ੍ਰੇਮ ਰੂਪੀ ਪ੍ਰਵਾਹ ਦੇ ਵਿੱਚ ਹੀ ਰੋੜ ਚੁੱਕੇ ਹਨ। ਕਿਰਪਾ ਦ੍ਰਿਸ਼ਟ ਤੇ ਧਰ ਸਿਰ ਹੱਥਾ। ਉਸੇ ਬਾਤ ਸਤਿਗੁਰੂ ਜੀ ਨੇ ਜਦੋਂ ਆਪਣਾ ਮੇਰਾ ਪਰੇ ਹੱਥ ਇਹਦੇ ਸਿਰ ਦੇ ਉੱਪਰ ਰੱਖਿਆ ਸੀ, ਤਤ ਛਿਨ ਸੇਵਕ ਕੀਨ ਸਨਾਥਾ। ਉਸੇ ਬਾਤ ਆਪਣੇ ਸੇਵਕ ਦਾਸ ਨੂੰ ਸਦਾ ਦੇ ਲਈ ਨਿਹਾਲ ਕਰ ਦਿੱਤਾ ਹੈ। ਸਹਿਤ ਕੁਟੰਬ ਜਗਤ ਕੋ ਤਿਆਗਾ। ਇਹਨੇ ਹੁਣ ਆਪਣੇ ਪਰਿਵਾਰ ਦੇ ਸਮੇਤ ਸਾਰੀ ਦੁਨੀਆ ਦਾ ਹੀ ਸਦਾ ਵਾਸਤੇ ਤਿਆਗ ਕਰ ਦਿੱਤਾ ਸੀ। ਹਿਰਦੇ ਤੀਬਰ ਤਰ ਭਇਓ ਵਿਰਾਗਾ। ਜਿਹੜਾ ਤਰ ਤੀਬਰ ਬੈਰਾਗ ਸੈਦ ਖਾਨ ਦੇ ਮਨ ਦੇ ਅੰਦਰ ਭਰ ਚੁੱਕਿਆ ਹੈ। ਸ਼ਾਸਤਰ ਤੁਰੰਗਮ ਸਭ ਦਲ ਛੋਰਾ। ਆਪਣੇ ਸਾਤਰ ਵੀ ਘੋੜੇ ਵੀ ਔਰ ਬਹੁਤ ਸਾਰੀ ਜਿਹੜੀ ਸੈਨਾ ਉੱਥੇ ਮੈਦਾਨੇ ਜੰਗ ਦੇ ਵਿੱਚ ਹੀ ਤਿਆਗ ਦਿੱਤੀ ਹੈ। ਹੋਏ ਫਕੀਰ ਗਮਨਿਓ ਬਨ ਓਰਾ। ਸਤਿਗੁਰੂ ਜੀ ਦਾ ਦਰਸ਼ਨ ਕਰਕੇ ਸੈਦ ਖਾਂ ਇੱਕ ਫਕੀਰਾਂ ਦੇ ਸਮਾਨ
ਬਣ ਚੁੱਕਿਆ ਸੀ। ਕਿਹ ਸੋ ਮਿਲਿਓ ਨਾ ਦੀਖਿਓ ਫੇਰ। ਜਾਣ ਮੌਕੇ ਕਿਸੇ ਵੀ ਆਪਣੇ ਜਵਾਨ ਸਿਪਾਹੀ ਜਾਂ ਮਿੱਤਰ ਸਾਥੀ ਦੇ ਨਾਲ ਕੋਈ ਵੀ ਇਹਨੇ ਗੱਲਬਾਤ ਨਹੀਂ ਕੀਤੀ। ਬਸ ਜਦੋਂ ਦਸ਼ਮੇਸ਼ ਪਿਤਾ ਦਾ ਦੀਦਾਰ ਹੋ ਗਿਆ ਤੇ ਉਸ ਸਮੇਂ ਤਾਂ ਫਿਰ ਕਾਮਲ ਫਕੀਰਾਂ ਦੇ ਸਮਾਨ ਇਹਦੀ ਜਿਹੜੀ ਅਵਸਥਾ ਬਣ ਚੁੱਕੀ ਹੈ। ਗਇਓ ਸੋ ਗਇਓ ਗੁਰਨ ਮੁੱਦ ਹੇਰ। ਸਤਿਗੁਰੂ ਜੀ ਦਾ ਦਰਸ਼ਨ ਕਰਕੇ ਉਸ ਬਾਤ ਰੋਈਆਂ ਬੀਆ ਬਾਨਾ ਦੇ ਬਲ ਚੜ ਗਿਆ ਸੀ। ਜਗਤ ਅਸਾਰ ਕੂਰ ਸਭ ਜਾਨਾ। ਤੇ ਜਿਸ ਨੇ ਇਸ ਦੁਨੀਆ ਨੂੰ ਤਿੰਨੇ ਕਾਲਾਂ ਦੇ ਵਿੱਚ ਸਦਾ ਦੇ ਲਈ ਝੂਠਾ ਮਿੱਥਿਆ ਮਨ ਦੇ ਵਿੱਚ ਜਾਣ ਲਿਆ ਸੀ। ਸਾਚ ਆਤਮਾ ਸਾਰ ਪਛਾਨਾ। ਇੱਕੋ ਇੱਕ ਜਿਹੜੀ ਆਤਮਾ ਨੂੰ ਇਹਨੇ ਆਪਣੇ ਮਨ ਦੇ ਅੰਦਰ ਤ੍ਰੈ ਕਾਲ ਅਵਾਦ ਸਰੂਪ ਜਾਣ ਲਿਆ ਹੈ। ਦੁਬਿਧਾ ਮਿਟੀ ਗਿਆਨ ਕਹ ਪਾਇਓ। ਜਿਆਦਾ ਸਤਿਗੁਰੂ ਜੀ ਨੇ ਦੁਬਿਧਾ ਤਾਂ ਕਰਤੀ ਨਾਸ। ਇਹਦੇ ਹਿਰਦੇ ਦੇ ਅੰਦਰ ਦ੍ਰਿਸ਼ਟੀ ਪਾ ਕਰ ਕੀ ਗਿਆਨ ਦਾ ਜਿਹੜਾ ਚਾਨਣ ਪੈਦਾ ਕਰ ਦਿੱਤਾ ਹੈ। ਰਾਗ ਦਵੈਖ ਮਨ ਮੂਲ ਮਿਟਾਇਓ। ਉਹ ਸੇਵਾਤ ਰਾਗ ਦੇ ਦਵੈਸ਼ ਇਹ ਤਾਂ ਬਿਲਕੁਲ ਮੁੱਢ ਤੋਂ ਹੀ ਖਤਮ ਹੋ ਗਈ ਸੀ। ਨਾਨਾ ਭੇਦ ਸਰਬ ਨਿਰਵਾਰੇ। ਜਿਹੜਾ ਨਾਨਾਪਨ ਸੰਸਾਰ ਦਾ ਭਾਸ ਰਿਹਾ ਸੀ ਉਹ ਇਹਦੇ ਹਿਰਦੇ ਦੇ ਅੰਦਰੋਂ ਖਤਮ ਹੋ ਗਿਆ। ਜਦੋਂ ਦਸ਼ਮੇਸ਼ ਪਿਤਾ ਦੀ ਇਹੋ ਜੀ ਮੇਰਾ ਪਰੇ ਦ੍ਰਿਸ਼ਟੀ ਪੈ ਗਈ। ਅਵਲ ਅੱਲਾ ਨੂਰ ਪਾਇਆ ਕੁਦਰਤ ਕੈਸਾ ਬੰਦੇ। ਏਕ ਨੂਰ ਤੇ ਸਭ ਜੋ ਉਪਜਿਆ ਕੌਣ ਭਲੇ ਕੋ ਮੰਦੇ। ਇਹੋ ਜਿਹਾ ਜਿਹੜਾ ਅੱਲਾ ਦਾ ਨੂਰ ਇਹਦੇ ਹਿਰਦੇ ਦੇ ਅੰਦਰ ਪੈਦਾ ਹੋ ਗਿਆ ਹੈ। ਹੇਰਿਓ ਏਕ ਬ੍ਰਹਮ ਵਿਸਤਾਰੇ। ਹੁਣ ਜ਼ਰੇ ਜ਼ਰੇ ਦੇ ਵਿੱਚ ਇਹਨੂੰ ਇੱਕ ਬ੍ਰਹਮ ਹੀ ਸਾਹਮਣੇ ਨਜ਼ਰ ਆਉਣ ਲੱਗ ਪਿਆ ਸੀ। ਕੋਸ਼ਠ ਤਿਮਰ ਵਿਖੈ ਕੋ ਰੁਕਾ। ਆ ਜਿਵੇਂ ਕੋਠੇ ਦੇ ਵਿੱਚ ਕਿਤੇ ਗਾੜਾ ਅੰਧੇਰਾ ਜਦੋਂ ਭਰਿਆ ਹੁੰਦਾ ਹੈ। ਨਿਕਸਤ ਜਥਾ ਪ੍ਰਕਾਸ਼ ਬਿਲੋਕਾ। ਜੇ ਹੁਣ ਅੰਧੇਰੇ ਦੇ ਪਾਸ ਰੋਸ਼ਨੀ ਆ ਗਈ ਉੱਥੇ ਫਿਰ ਅੰਧੇਰੇ ਦਾ ਦੇਖਣਾ ਬਾਕੀ ਕੋਈ ਕੰਮ ਨਹੀਂ ਰਹਿ ਜਾਂਦਾ। ਅੰਧੇਰਾ ਤੇ ਚਾਨਣੇ ਤੇ ਕਦੇ ਦੋਵੇਂ ਇੱਕ ਥਾਂ ਤੇ ਇਕੱਠੇ ਨਹੀਂ ਰਹਿੰਦੇ ਹਨ। ਤਨ ਹੰਤਾ ਮਹਿ ਬ੍ਰਿਤੀ ਨ ਆਈ। ਹੁਣ ਇਸ ਦੀ ਜਿਹੜੀ ਤਨ ਦੀ ਅੰਗਤਾ ਉਹ ਵੀ ਬਿਲਕੁਲ ਅਭਾਵ ਹੋ ਚੁੱਕੀ ਹੈ। ਹੰ ਬ੍ਰਹਮਾ ਜਸ ਹਮ ਬ੍ਰਹਮਾ ਸਮ ਕੀ ਲਿਵ ਲਾਈ। ਹੁਣ ਇਸ ਨੇ ਅੰਗ ਬ੍ਰਹਮ ਇਹੋ ਜੀ ਬਿਰਤੀ ਆਪਣੇ ਹਿਰਦੇ ਦੇ ਅੰਦਰ ਸਦਾ ਦੇ ਲਈ ਧਾਰਨ ਕਰ ਲਈ ਸੀ। ਜਿਸ ਮੁਖ ਭਇਓ ਤਿਤਹਿ ਚੱਲ ਗਇਓ। ਇਹੋ ਜਿਹਾ ਮਸਤਾਨਾ ਫਕੀਰ ਬਣਾ ਦਿੱਤਾ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੀ ਇੱਕੋ ਹੀ ਦ੍ਰਿਸ਼ਟੀ ਜਦੋਂ ਇਹਦੇ ਉੱਪਰ ਪਈ ਉਸ ਵਕਤ ਸਾਰੀਆਂ ਫੌਜਾਂ ਘੋੜੇ ਜਿਹੜਾ ਕੀਮਤੀ ਸਮਾਨ ਉਹਦਾ ਕਰਕੇ ਤਿਆਗ ਸੈਦ ਖਾਂ ਪਰੋਈਆਂ ਬੀਆਂ ਬਾਨਾਂ ਦੇ ਵੱਲ ਚਲਿਆ ਗਿਆ ਸੀ। ਹੁਣ ਜਿਸ ਪ੍ਰਕਾਰ ਸਿੰਘਾਂ ਨੇ ਇਹਨਾਂ ਦਾ ਗਿਓ ਕਰਕੇ ਮੁਕਾਬਲਾ ਕਰਨਾ ਹੈ ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ 'ਤੇ ਵਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਜਿਸ ਮੁਖ ਭਇਓ ਤਿਤਹਿ ਚੱਲ ਗਇਓ। ਪਰਮਹੰਸ ਅਵਸਥਾ ਥਇਓ। ਜਿਸ ਮੁਖ ਭਇਓ ਤਿਤਹਿ ਚੱਲ ਗਇਓ। ਪਰਮਹੰਸ ਅਵਸਥਾ ਥਇਓ। ਚੌਥੇ ਪਰ ਬ੍ਰਹਮਾ ਅਵਨਾਸੀ ਅਗ ਅਗਨਾਸ।